ओम शांति सत श्री अकाल जी। मैं अमरजीत कौर दुआ बैंकॉक थाईलैंड तो आप जी ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਇਸ ਕਾਰਿਆ ਵਿੱਚ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਸੁਣਨ ਮਨਨ ਤੇ ਪੰਚ ਵਿੱਚ ਆਉਣ ਦੀ ਅਸੀਂ ਸਮਝ ਰਹੇ ਹਾਂ ਤਰੀਕਾ ਤੇ ਆਪਾਂ ਅਕਾਲ ਪੁਰਖ ਨੂੰ ਉਸ ਦੀ ਆਪਣੀ ਰੂਹਾਨੀ ਯਾਤਰਾ ਨੂੰ ਸਮਝ ਰਹੇ ਹਾਂ ਤੇ ਉਸ 'ਤੇ ਟੁਰ ਰਹੇ ਹਾਂ। ਇਹ 21ਵੀਂ ਪੌੜੀ ਤੋਂ ਲੈ ਕੇ 26ਵੀਂ ਪੌੜੀ 21 ਤੋਂ ਲੈ ਕੇ 26 ਤੱਕ ਪੌੜੀਆਂ ਨੇ ਉਸ ਦੀ ਬੇਹੱਦ ਬੇਅੰਤ ਵਡਿਆਈ ਦੀ ਉਸ ਦੀ ਸੀਮਾ ਇਹ ਉਸ ਦੀ ਵਿਚਾਰ ਹੋ ਰਹੀ ਹੈ। ਕੁਦਰਤ ਦੀ ਕਿੰਨੀ ਵੱਡੀ ਹੈ ਉਹ ਅਤੇ ਕੀ ਨੇ ਉਸ ਦੀ ਅੰਤ ਅਸੀਂ ਪਾ ਨਹੀਂ ਸਕਦੇ। ਅਤੇ ਅੱਜ ਅਸੀਂ ਅੰਤ ਦੇ ਪੌੜੀ 'ਤੇ ਪੌੜੀ ਨੰਬਰ 24 ਜੋ ਆਪਾਂ ਰਲ ਮਿਲ ਕੇ ਸਮਝਾਂਗੇ। ਅੰਤ ਨ ਸਿਫਤੀ ਕਹਿਨ ਨ ਅੰਤ ਨ ਕਰਨਾ ਦੇਨ ਨ ਅੰਤ ਨ ਵੇਖਣ ਸੁਣਨ ਨ ਅੰਤ ਨ ਜਾਪੈ ਕਿਆ ਮਨਮੰਤ। There is no end to praising him. There is no end to the counting of all the attributes in him. There is no end to the blessings bestowed by him. These eyes can see and hear not the limit of his creation and him. There is no end to his mind's motive, for none can ever know him. ਇੱਥੇ ਸੁਣ ਕੇ ਅੰਤ ਨ ਸਿਫਤੀ ਕਹਿਨ ਨ ਅੰਤ ਉਸਦੀ ਸਿਫਤ ਦੀ ਕੋਈ ਅੰਤ ਹੀ ਨਹੀਂ ਹੈ ਕਿਉਂਕਿ ਉਹ ਸਿਫਤ ਯੋਗ ਹੀ ਨੇ। ਮਤਲਬ ਅਸੀਂ ਜਿੰਨਾ ਮਰਜ਼ੀ ਉਸ ਦੀ ਸਿਫਤ ਕਰੀਏ ਬੇਹੱਦ ਬੇਅੰਤ ਕਰਦੇ ਜਾਏ ਤਾਂ ਵੀ ਖਤਮ ਨਹੀਂ ਹੋ ਸਕਦੀ। ਅੰਤ ਹੀ ਨਹੀਂ ਹੈ ਉਸ ਦੀ ਸਿਫਤ ਕਰਨ ਦਾ। ਅੰਤ ਨ ਕਰਨਾ ਦੇਨ ਨ ਅੰਤ ਉਸਦੀ ਦਾਤ ਉਸਦੀ ਕਰਨੀ ਉਹ ਵੀ ਬੇਹੱਦ ਹੈ। ਉਸਦੀ ਕਿਰਪਾ ਉਸਦੀ ਐਟਰੀਬਿਊਟਸ ਅਸੀਂ ਅੰਤ ਨਹੀਂ ਪਾ ਸਕਦੇ, ਸੀਮਾ ਨਹੀਂ ਪਾ ਸਕਦੇ। ਅੰਤ ਨਾ ਵੇਖਣ ਸੁਣਨ ਨਾ ਅੰਤ ਅਸੀਂ ਜਿੰਨੇ ਮਰਜ਼ੀ ਅੱਖਾਂ ਨਾਲ ਉਸਦੀ ਬੇਹੱਦ ਕੁਦਰਤ ਨੂੰ ਵੇਖਿਆ ਹੈ ਤਾਂ ਵੀ ਉਹ ਸੀਮਾ ਹੀ ਨਹੀਂ ਹੈ। ਅੰਤ ਨਾ ਵੇਖਣ ਸੁਣਨ ਨਾ ਅੰਤ ਸੁਣੀਏ ਜਿੰਨਾ ਮਰਜ਼ੀ ਅਸੀਂ ਕੰਨ ਨਾਲ ਉਸਦੀ ਰਸ ਉਸਦੀ ਕੀਰਤਨ ਉਸਦੀ ਸਿਫਤ ਸੁਣੀਏ ਉਹ ਵੀ ਅੰਤ ਨਹੀਂ ਪਾ ਸਕਦੇ। ਜਿੰਨਾ ਮਰਜ਼ੀ ਅਸੀਂ ਕਰੀਏ ਓਨਾ ਹੀ ਘੱਟ ਹੈ। ਅੰਤ ਜਾਪੈ ਕਿਆ ਮਨਮੰਤ ਅਸੀਂ ਉਸ ਨੂੰ ਨਹੀਂ ਜਾਣਦੇ ਕਿ ਉਸ ਦੇ ਮਨ ਵਿੱਚ ਕੀ ਹੈ, ਉਹ ਕਿਉਂ ਕੀ ਕਰ ਰਿਹਾ ਹੈ। ਅਸੀਂ ਉਸ ਨੂੰ ਨਹੀਂ ਜਾਣ ਸਕਦੇ, ਉਸ ਦੇ ਅੰਤ ਨਹੀਂ ਪਾ ਸਕਦੇ। ਉਹ ਕਰੀ ਜਾ ਰਿਹਾ ਅਤੇ ਆਪਾਂ ਕਰਨ ਕਰਾਵਨਹਾਰ ਅਤੇ ਅਸੀਂ ਕਰੀ ਜਾ ਰਹੇ ਹਾਂ ਉਸ ਦੇ ਮਗਰ ਮਤਲਬ ਅਸੀਂ ਫਲੋ ਕਰ ਰਹੇ ਹਾਂ। ਉਹ ਕਰਨ ਕਰਾਵਨਹਾਰ ਹੈ। ਆਪਾਂ ਇੱਥੇ ਉਸ ਨੂੰ ਇਸ ਤਰ੍ਹਾਂ ਸਮਝਣਾ ਕਿ ਅਸੀਂ ਉਸ ਦੀ ਅੰਤ ਨੂੰ ਪਾ ਹੀ ਨਹੀਂ ਸਕਦੇ। ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨ ਪਾਏ ਜਾਏ। There is no limit to the worlds he has created and tends. There is no boundary known to where it begins and where it ends. ਅੰਤ ਨ ਜਾਪੇ ਕੀਤਾ ਆਕਾਰ ਉਸਦੀ ਆਕਾਰ ਨੂੰ ਇਸ ਦੁਨੀਆ ਨੂੰ ਆਪਾਂ ਨਹੀਂ ਜਾਣ ਸਕਦੇ, ਉਸਦੀ ਕੀਤਾ ਨੂੰ ਅਸੀਂ ਨਹੀਂ ਪਹਿਚਾਣ ਸਕਦੇ। ਅੰਤ ਨ ਜਾਪੇ ਪਾਰਾਵਾਰ ਕਿੱਥੋਂ ਸ਼ੁਰੂ ਹੋਈ ਹੈ ਕਿੱਥੋਂ ਅੰਤ ਉਸਦੀ ਬਾਉਂਡਰੀ ਕੀ ਹੈ ਉਸਦੀ ਸੀਮਾएं ਕੀ ਹੈ ਅਸੀਂ ਨਹੀਂ ਜਾਣ ਸਕਦੇ। ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨ ਪਾਏ ਜਾਏ। Many yearn and seek to know the extent of him and his bounds, but that's not possible, for his limits can never be found. ਅਤੇ ਕਈ ਮਤਲਬ ਸਮਝਦੇ ਨੇ ਕਿ ਅਸੀਂ ਰੱਬ ਦੀ ਸੀਮਾ ਨੂੰ ਪਾ ਸਕਾਂਗੇ ਅਤੇ ਉਹ ਰੈਸਲੈਸ ਹੋ ਜਾਂਦੇ। ਅੰਤ ਕਾਰਨ ਕੀਤੇ ਬਿਲਾਏ ਮਤਲਬ ਉਹ ਢੂੰਡਦੇ ਨੇ ਲੱਭਦੇ ਨੇ ਕਾਰਨ ਪਰ ਉਹ ਕਦੀ ਵੀ ਨਹੀਂ ਸਮਝ ਪਾਉਣਗੇ ਅਤੇ ਉਹ ਰੈਸਲੈਸ ਹੀ ਰਹਿ ਜਾਂਦੇ ਨੇ। ਅੰਤ ਤਾਂ ਕਿ ਅੰਤ ਨ ਪਾਏ ਜਾਏ ਫਿਰ ਵੀ ਉਸਦੀ ਅੰਤ ਨੂੰ ਅਸੀਂ ਉਹ ਨਹੀਂ ਪਾ ਸਕਣਗੇ। ਅਗਲੇ ਪੰਕਤੀ ਨੂੰ ਪੜ੍ਹਾਂਗੇ। ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ।
ਇਹ ਵਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਜੇ ਵਡ ਆਪ ਜਾਣੇ ਆਪ, ਨਾਨਕ ਨਦਰੀ ਕਰਮੀ ਦਾਤ। ਉਸ ਦੀ ਇੰਗਲਿਸ਼ ਟਰਾਂਸਲੇਸ਼ਨ ਨੂੰ ਆਪਾਂ ਰਲ ਕੇ ਪੜ੍ਹਾਂਗੇ। None can ever be able to draw conclusions to his facets. The more one describes, the more one realizes there are so many other undefined aspects. मतलब कि उसके अलग अलग नज़ारे, उसके अलग अलग ਅਸੀਂ ਮਤਲਬ ਫੈਸਟਸ ਨਹੀਂ ਜਾਣ ਸਕਦੇ, ਕੰਕਲੂਜਨਸ ਨਹੀਂ ਡਰਾ ਕਰ ਸਕਦੇ। ਇਹ ਅੰਤ ਨਾ ਜਾਣੇ ਕੋਈ, ਉਸਦੀ ਅੰਤ ਨੂੰ ਵੀ ਅਸੀਂ ਅੰਤ ਨਹੀਂ ਪਾ ਸਕਦੇ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਮਰਜ਼ੀ ਕੋਈ ਕਹੇ, ਕੋਈ ਡਿਸਕਰਾਈਬ ਕਰੇ, ਜਿੰਨਾ ਮਰਜ਼ੀ ਕੋਈ ਬੋਲੇ, ਉਹ ਫਿਰ ਸਮਝਦਾ ਕਿ ਬਹੁਤਾ ਹੋਏ ਕਿ ਘੱਟ ਹੀ ਹੈ, ਮਤਲਬ ਉਸ ਤੋਂ ਵੀ ਵੱਧ ਕੇ ਹੋਰ ਹੈਗਾ। Great is the Master Almighty and great his seat and higher than high is his name. ਕਿਉਂ? ਕਿਉਂਕਿ ਵੱਡਾ ਸਾਹਿਬ ਉੱਚਾ ਥਾਂ, ਉਹ ਵੱਡਾ ਸਾਹਿਬ ਹੈ, ਉਸਦੀ ਥਾਂ ਉੱਚਾ ਹੈ, ਉੱਪਰ ਹੈ। ਉੱਚੇ ਉੱਪਰ ਉੱਚਾ ਨਾਂ, ਉੱਚਾ ਤੋਂ ਵੀ ਉੱਪਰ ਉੱਚਾ ਉਸਦੀ ਨਾਂ ਹੈਗਾ ਕਿ ਉਹ ਇੰਨੇ ਵੱਡੇ ਨੇ, ਇੰਨੀ ਉਸਦੀ ਉੱਚਾਈ ਹੈ ਕਿ ਅਸੀਂ ਉਸਦੀ ਉੱਚਾਈ ਨੂੰ ਸਮਝ ਹੀ ਨਹੀਂ ਸਕਦੇ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਉਸਦੀ ਨਾਮ, ਉਸਦੀ ਦਾਤ, ਉਸਦੀ ਕਿਰਪਾ ਇਤਨੀ ਉੱਚਾ ਹੈ। ਅਸੀਂ ਇਸ ਨੂੰ ਸਮਝਣਾ ਪਏਗਾ ਆਪਣੀ ਜ਼ਿੰਦਗੀ ਵਿੱਚ, ਤਾਂ ਆਪਾਂ ਸਮਝਾਂਗੇ। ਅਸੀਂ ਕਹਿੰਦੇ ਹਾਂ ਰੱਬ ਬਹੁਤ ਵੱਡਾ ਹੈ, ਰੱਬ ਸਭ ਕੁਛ ਹੈ, ਪਰ ਇੱਕ ਮਿੰਟ ਵਾਸਤੇ ਕਈ ਵਾਰੀ ਸਾਨੂੰ ਰੁਕ ਕੇ ਕੁਦਰਤ ਨੂੰ ਵੇਖਣਾ ਪਏਗਾ। ਮੈਨੂੰ ਬਹੁਤ ਪਸੰਦ ਹੈ, ਆਪਣੇ ਘਰ ਵਿੱਚ ਮੈਂ ਗਲੋਬ ਰੱਖਿਆ। ਉਹ ਗਲੋਬ ਨੂੰ ਜਦੋਂ ਮੈਂ ਵੇਖਦੀ ਹਾਂ, ਮੈਨੂੰ ਫੀਲਿੰਗ ਆ ਜਾਂਦੀ ਕਿ ਕਿੰਨੀ ਵੱਡੀ ਦੁਨੀਆ, ਮੈਂ ਕਿੰਨੀ ਕੁ ਛੋਟੀ ਹਾਂ, ਅਤੇ ਇਹ ਸਮੁੰਦਰ ਕਿੰਨਾ ਵੱਡਾ ਹੈ, ਅਤੇ ਦੇਸ਼ ਕਿੰਨੇ ਵੱਡੇ ਵੱਡੇ ਨੇ, ਕਿੰਨੇ ਲੋਕ ਨੇ ਦੁਨੀਆ ਵਿੱਚ, ਉਸਦੀ ਸੀਮਾ ਕਿੰਨੀ ਹੈ। ਇਹ ਤਾਂ ਇੱਕ ਅਰਥ ਹੈ, ਹੋਰ ਕਿੰਨੇ ਦੁਨੀਆ ਵਿੱਚ ਸਿਤਾਰੇ ਨੇ, ਧਰਤੀ ਨੇ, ਜਿਹੜਾ ਕਿ ਅਸੀਂ ਉਸ 'ਤੇ ਗਏ ਹੀ ਨਹੀਂ। ਕਿੰਨੇ ਸਨ ਨੇ, ਕਿੰਨੇ ਮੂਨ ਨੇ, ਕਿੰਨੇ ਸਿਤਾਰੇ ਨੇ, ਉਹ ਤਾਂ ਗੱਲ ਹੀ ਛੱਡੋ। ਆ ਸਾਡਾ ਧਰਤੀ ਕਿੰਨੀ ਵੱਡੀ ਹੈ, ਮੈਂ ਕੌਣ ਇਸ ਦੇ ਵਿੱਚ। ਇਸ ਤਰ੍ਹਾਂ ਅਸੀਂ ਉਸ ਦੀ ਕੁਦਰਤ ਨੂੰ ਸਮਝਾਂਗੇ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਪਾਉਣ ਦੀ, ਜੋ ਇੰਨੀ ਉੱਚੀ ਹੈ, ਇੰਨੀ ਉਸ ਦੀ ਦਾਤ ਹੈ, ਇੰਨੀ ਉਹ ਬੇਹੱਦ ਬੇਅੰਤ ਹੈ। ਫਿਰ ਆਪਾਂ ਕੋਸ਼ਿਸ਼ ਕਰਾਂਗੇ ਉਸ ਨੂੰ ਸਮਝਣ ਦੀ ਅਤੇ ਉਸ ਦੀ ਦਾਤ ਨੂੰ ਪਾਉਣ ਦੀ, ਅਤੇ ਉਸ ਦੇ ਨਾਲ ਲਿਵ ਲਗਾਉਣ ਦੀ, ਉਸ ਦੀ ਕੁਦਰਤ ਨੂੰ ਵੇਖ ਕੇ, ਉਸਦੀ ਵਡਿਆਈ ਨੂੰ ਸਮਝਦਿਆਂ। ਇਹ ਵਡ ਉੱਚਾ ਹੋਵੇ ਕੋਈ, ਤਿਸ ਉੱਚਾ ਕਉ ਜਾਣੇ ਸੋਏ। ਜੇ ਵਡ ਆਪ ਜਾਣੇ ਆਪ, ਨਾਨਕ ਨਦਰੀ ਕਰਮੀ ਦਾਤ। Only if there were another as high and great, would he then be able to perhaps express and narrate? ਜੇ ਕੋਈ ਹੋਏ ਉਸ ਤੋਂ ਵੱਡੀ, ਉਸ ਤੋਂ ਉੱਚੀ, ਫਿਰ ਥੋੜ੍ਹਾ ਉਹ ਗੱਲ ਕਰ ਪਾਉਣਗੇ ਨਾ ਉਸ ਦੇ ਬਾਰੇ, ਪਰ ਇਸ ਤਰ੍ਹਾਂ ਹੈ ਨਹੀਂ, ਅਤੇ ਉਸ ਤੋਂ ਉੱਚੀ ਹੈ ਹੀ ਨਹੀਂ ਕੋਈ, ਅਤੇ ਉਸ ਦੇ ਬਾਰੇ ਗੱਲ ਕਿਵੇਂ ਕਰਾਂਗੇ। How monumental you are, only you know yourself. Hey Nanak, every grace received is only with your consent, as you bestow. ਜੇ ਵਡ ਆਪ ਜਾਣੇ ਆਪ, ਇੱਥੇ ਫਿਰ ਉਹੀ ਉਹ ਗੱਲ, ਆਪੇ ਜਾਣੇ ਆਪ। ਗੁਰੂ ਨਾਨਕ ਹਰ ਵਾਰੀ ਜਦੋਂ ਉਸ ਦੀ ਵਡਿਆਈ, ਉਸ ਦੀ ਸੀਮਾਏ, ਉਸ ਦੀ ਕਿੰਨੀ ਉੱਚੀ ਪ੍ਰੇਜ਼ ਕਰ ਰਹੇ ਨੇ ਇੱਥੇ ਇਨ 21, 22, 23, 24, 25, 26, ਇਹ 6 ਪੌੜੀਆਂ ਦੇ ਵਿੱਚ ਉਸਦੀ ਵਡਿਆਈ, ਉਸਦੀ ਕੁਦਰਤ, ਉਸਦੀ ਸੀਮਾਏ, ਉਸਦੇ ਅਨਅਕਾਊਂਟੇਬਿਲਿਟੀ, ਉਸਦੇ ਅੰਤ, ਉਸਦੇ ਬੇਹੱਦ, ਉਸ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹੀ ਉਹ ਆਪ ਜਾਣਦਾ, ਹੋਰ ਕੋਈ ਨਹੀਂ ਜਾਣ ਸਕਦਾ। ਅਤੇ ਇੱਥੇ ਕਹਿੰਦੇ ਨਾਨਕ, ਅਗੇਨ ਵਿਦਾਊਟ ਔਂਕਰ, ਆਪਣੇ ਆਪ ਨੂੰ ਥਰਡ ਪਰਸਨ ਵਿੱਚ, ਅਕਾਲ ਪੁਰਖ ਧੁਰ ਕੀ ਬਾਣੀ, ਨਦਰੀ ਕਰਮੀ ਦਾਤ। ਉਸ ਦੀ ਨਦਰ ਨਾਲ ਅਸੀਂ ਜੇ ਉਸਦੀ ਨਦਰ ਪਾ ਲਈਏ, ਅਸੀਂ ਜੇ ਉਸਦੀ ਕੰਸੈਂਟ ਅਤੇ ਉਸਦੀ ਕਿਰਪਾ ਪਾ ਲਾਂਗੇ, ਉਸਦੇ ਨਦਰੀ ਪਾ ਲਾਂਗੇ, ਫਿਰ ਕਰਮੀ ਦਾਤ, ਫਿਰ ਸਾਡੇ ਕਰਮ ਵਧੀਆ ਹੋਣਗੇ। ਫਿਰ ਆਪਾਂ ਕਹਿ ਸਕਾਂਗੇ ਕਿ ਅਸੀਂ ਜੋ ਉਹ ਚਾਹੁੰਦੇ ਉਹ ਅਸੀਂ ਕਰ ਰਹੇ ਹਾਂ।
ਕਿਉਂਕਿ ਉਹ ਦੇਣ ਵਾਲਾ ਹੈ ਅਤੇ ਉਹ ਦਿੰਦਾ ਰਹੇਗਾ। ਅਤੇ ਉਹ ਆਪਣੀ ਆਪ ਉਹ ਜਾਣਦਾ ਹੈ ਕਿਹਨੂੰ ਕੀ ਦੇਣਾ, ਕਿੰਨਾ ਦੇਣਾ, ਕਦੋਂ ਦੇਣਾ, ਇਹ ਅਸੀਂ ਨਹੀਂ ਜਾਣ ਸਕਦੇ। ਇਸ ਵਾਸਤੇ ਉਹਦੀ ਕਰਮੀ ਦਾਤ ਵੀ ਅਸੀਂ ਨਹੀਂ ਜਾਣਦੇ। ਉਹਦੀ ਮਰਜ਼ੀ, ਉਸਦੀ ਅਸੀਂ ਕਹਿੰਦੇ ਹਾਂ ਆਪਣੇ ਕਰਮ ਅਨੁਸਾਰ ਅਸੀਂ ਭੋਗ ਰਹੇ ਹਾਂ, ਸਹੀ ਹੈ। ਲੇਕਿਨ ਸਾਡੀ ਜਿਹੜੀ ਸਕ੍ਰਿਪਟ ਹੈ, ਜਿਹੜਾ ਅਸੀਂ ਖੇਡ ਰਹੇ ਹਾਂ, ਇੱਕ ਸਕ੍ਰਿਪਟ ਹੈ, ਲਿਖਿਆ ਹੋਇਆ, ਅਸੀਂ ਉਸ ਦੇ ਮੁਤਾਬਕ 'ਤੇ ਚੱਲ ਰਹੇ ਹਾਂ। ਅਤੇ ਇਹਦਾ ਮਤਲਬ ਜੋ ਅਸੀਂ ਕਰਮ ਕਰ ਰਹੇ ਭੈੜੇ ਜਾਂ ਚੰਗੇ, ਉਸ ਦੀ ਲਿਖਿਆ ਦੇ ਵਿੱਚ ਹੀ ਕਰ ਰਹੇ ਹਾਂ ਅਤੇ ਉਸ ਦੀ ਕਿਰਪਾ ਦੇ ਵਿੱਚ ਹੀ ਉਹ ਫਿਰ ਰਿਜ਼ਲਟ ਵੀ ਨਿਕਲ ਰਿਹਾ। ਇਸ ਵਾਸਤੇ ਇਸ ਤਰ੍ਹਾਂ ਅਸੀਂ ਸਮਝਾਂਗੇ ਕਿ ਅਸੀਂ ਕਠਪੁਤਲੇ ਹਾਂ, ਉਹ ਕਰਨ ਵਾਲਾ ਕਰਾਵਨਹਾਰ, ਉਹ ਸਭ ਕੁਝ ਅਸੀਂ ਚੱਲ ਰਹੇ ਹਾਂ। ਬਸ ਅਸੀਂ ਆਪਣੇ ਆਪ ਨੂੰ ਇੰਨੀ ਵੱਡੀ ਸਮਝਦੇ ਹਾਂ, ਅਸੀਂ ਸਮਝਦੇ ਹਾਂ ਅਸੀਂ ਬਹੁਤ ਸਿਆਣੇ ਹਾਂ, ਅਸੀਂ ਬਹੁਤ ਕੁਝ ਕਰ ਰਹੇ ਹਾਂ ਦੁਨੀਆ ਵਿੱਚ। ਐਕਚੁਅਲੀ ਅਸੀਂ ਸਿਰਫ ਉਸ ਦੀ ਸਕ੍ਰਿਪਟ ਨੂੰ ਫੋਲੋ ਕਰ ਰਹੇ ਹਾਂ। ਜੇ ਤੁਸੀਂ ਬਹੁਤ ਵੱਡਾ ਬਿਜ਼ਨਸ ਚਲਾ ਰਹੇ ਹੋ, ਤੁਹਾਡੀ ਬਹੁਤ ਸ਼ਾਨ ਹੈ, ਬਹੁਤ ਮਾਣ ਹੈ, ਅਤੇ ਜਾਂ ਘਰ ਵਿੱਚ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਰਹਿ ਰਹੇ ਹੋ, ਵੱਡੇ ਸੋਹਣੇ ਕੱਪੜੇ ਪਾਏ ਹੋ, ਅੱਛੇ ਗਹਿਣੇ ਹੈ, ਜਾਂ ਤੁਸੀਂ ਗਰੀਬ ਹੋ, ਤੁਹਾਡੇ ਕੋਲ ਕੁਛ ਵੀ ਨਹੀਂ ਹੈ ਅਤੇ ਤੁਸੀਂ ਰੋ ਪਿੱਟ ਰਹੇ ਹੋ, ਮੰਗਤੇ ਹੋ, ਫਿਰ ਵੀ ਇਹ ਸਾਰਾ ਕੁਝ ਡਰਾਮਾ ਹੈ। ਕਿਸੇ ਨੂੰ ਅਲੱਗ ਅਲੱਗ ਰੋਲ ਮਿਲਿਆ ਹੈ ਅਤੇ ਸਾਰੇ ਸ਼ੁੱਧ ਆਤਮਾ ਹੈ ਉਸ ਅਕਾਲ ਪੁਰਖ ਦੇ। ਬਸ ਅਸੀਂ ਉਸ ਦੀ ਖੇਡ ਖੇਡ ਰਹੇ ਹੈ। ਜੇ ਵਰਡ ਆਪ ਜਾਣੇ ਆਪ ਉਹੀਓ ਜਾਣਦਾ ਹੈ ਕਿ ਉਹ ਕਿਉਂ ਇਸ ਤਰ੍ਹਾਂ ਕਰ ਰਿਹਾ, ਅਸੀਂ ਕਿਉਂ ਖੇਡ ਰਹੇ ਹਾਂ ਇਸ ਤਰ੍ਹਾਂ। ਅਤੇ ਅਸੀਂ ਆਏ ਹਾਂ ਬਸ ਖੇਡ ਖੇਡ ਕੇ ਜਾਣਾ ਹੈ। ਅਤੇ ਉਸ ਖੇਡ ਦੇ ਵਿੱਚ ਉਸਨੂੰ ਯਾਦ ਕਰਨਾ, ਉਸਨੂੰ ਯਾਦ ਕਰਨਾ ਮਤਲਬ ਅਸੀਂ ਇਸ ਆਪਣੇ ਮਨ ਦੀ ਅਵਸਥਾ ਨੂੰ ਅਸੀਂ ਠੀਕ ਕਰ ਸਕਦੇ। ਖੇਡ ਤਾਂ ਆਪਾਂ ਖੇਡਣਾ, ਪਰ ਖੁਸ਼ੀ ਨਾਲ ਖੇਡਣਾ ਜਾਂ ਦੁਖੀ ਹੋ ਕੇ ਖੇਡਣਾ, ਇਹ ਸਾਡੇ 'ਤੇ ਡਿਪੈਂਡ ਹੈ। ਉਹ ਮਤਲਬ ਜੋ ਡੈਸਟਨੀ ਹੈ, ਜੋ ਲਿਖਿਆ ਹੈ, ਉਹਦੇ ਮੁਤਾਬਿਕ ਆਪਾਂ ਚੱਲਣਾ। ਜੇ ਲਿਖਿਆ ਕਿ ਮੈਂ ਡਿੱਗਾਂਗੀ ਅਤੇ ਮੇਰੇ ਬੈਕ ਪ੍ਰੋਬਲਮ ਹੋਏਗਾ, ਉਹ ਤਾਂ ਹੋਏਗਾ ਕਰਮ ਅਨੁਸਾਰ। ਪਰ ਉਸ ਦੀ ਸਹਿਣ ਦੀ ਸ਼ਕਤੀ, ਮੇਰੇ ਮਨ ਡੋਲੇਗੀ ਕਿ ਨਹੀਂ, ਮੈਂ ਕਿੰਨਾ ਕੁ ਦੁਖੀ ਹੋਵਾਂਗੀ। ਜਿਵੇਂ ਦਾਦੀ ਗੁਲਜ਼ਾਰ ਸਨ, ਜਦੋਂ ਡਿੱਗੇ ਅਤੇ ਉਹਨਾਂ ਦਾ ਬੈਕ ਦਾ ਪ੍ਰੋਬਲਮ, 3 ਮਹੀਨੇ ਲੇਟੇ ਰਹੇ ਨੇ, ਥੋੜ੍ਹੇ ਚਿਰਾਂ ਦੀ ਗੱਲ ਹੈ, ਮਤਲਬ ਕਈ ਸਾਲ, 3-4 ਸਾਲ ਸ਼ਾਇਦ। ਮੈਂ ਹੈਰਾਨ ਹੋ ਗਈ, ਉਹਨੇ ਕਿੰਨਾ ਮੁਸਕਰਾਉਂਦੇ ਸਨ, ਉਹਨਾਂ ਨੂੰ ਜ਼ਰਾ ਵੀ ਨਹੀਂ ਲੱਗਿਆ ਕਿ ਕਿਉਂ ਮੈਂ ਡਿੱਗਿਆ। ਇੰਨਾ ਮਹਾਂਪੁਰਖ ਨੇ, ਇੰਨੀ ਬ੍ਰਹਮ ਗਿਆਨੀ ਨੇ ਅੱਜ ਦੀ ਦੁਨੀਆ ਵਿੱਚ, ਉਹਨਾਂ ਵਰਗਾ ਤਾਂ ਸ਼ਾਇਦ ਕੋਈ ਹੈ ਹੀ ਨਹੀਂ। ਉਹ ਜਦ ਫਿਰ ਵੀ ਉਹ ਡਿੱਗੇ ਨੇ, ਫਿਰ ਵੀ ਉਹਨਾਂ ਨੂੰ ਆਪਣੇ ਕਰਮ ਭੁਗਤਣਾ ਪਿਆ, ਪਿਛਲੇ ਜਨਮਾਂ ਦਾ ਕਰਮ ਸ਼ਾਇਦ, ਕੁਛ ਸਾਨੂੰ ਕੀ ਪਤਾ। ਜੇ ਵੜ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ, ਉਸ ਦੀ ਮਰਜ਼ੀ ਕੀ ਹੋ ਰਿਹਾ। ਪਰ ਉਹਨਾਂ ਨੇ ਇਹ ਗੱਲ ਨੂੰ ਫੜ ਲਿਆ, ਕਬੂਲ ਕੀਤਾ, ਤੇਰਾ ਪਾਣਾ ਮਿੱਠਾ ਲਾਗੇ। ਉਹਨਾਂ ਦੇ ਚਿਹਰੇ 'ਤੇ ਕੋਈ ਦੋਸ਼ ਨਹੀਂ, ਅਕਾਲ ਪੁਰਖ ਨਾਲ ਕੋਈ ਨਾਰਾਜ਼ਗੀ ਨਹੀਂ। ਆਪਣੇ ਮਸਤ ਵਿੱਚ ਜੋ ਹੋ ਰਿਹਾ ਹੋ ਰਹੀ ਹੈ। ਡਾਕਟਰਸ ਵੀ ਹੈਰਾਨ, ਸਭ ਉਹਨੇ ਦੇ ਦੁਆਲੇ ਸਭ ਹੈਰਾਨ ਕਿ ਇੰਨਾ ਵੀ ਕੋਈ ਸਹਿਣ ਕਰ ਸਕਦਾ। ਸਹਿਣ ਦੀ ਗੱਲ ਵੀ ਨਹੀਂ, ਜਿਵੇਂ ਕਿ ਪਿਆਰ ਨਾਲ ਸਮਝ ਕੇ ਜੀ ਰਹੇ ਸਨ। ਅਸੀਂ ਵੀ ਇਸ ਤਰ੍ਹਾਂ ਪਿਆਰ ਨਾਲ ਸਮਝਣਾ ਕਿ ਜੋ ਲਿਖਿਆ ਉਹਦੇ 'ਤੇ ਆਪਾਂ ਚੱਲ ਰਹੇ ਹਾਂ। ਅਤੇ ਜੇ ਵਰਡ ਆਪ ਜਾਣੇ ਆਪ ਉਹੀਓ ਜਾਣਦੇ ਆਪਣੇ ਆਪ ਨੂੰ, ਅਤੇ ਉਹੀਓ ਸਾਡੇ ਕੋਲ ਕਰਾ ਰਿਹਾ ਸਾਨੂੰ ਨਦਰ, ਜਾਂ ਜੋ ਉਹ ਸਾਨੂੰ ਦੇਣਾ ਚਾਹੁੰਦੇ ਆ। ਐਵਰੀ ਗ੍ਰੇਸ ਰਿਸੀਵਡ ਇਜ਼ ਓਨਲੀ ਵਿਦ ਯੋਰ ਕੰਸੈਂਟ। ਤੇਰੇ ਕੰਸੈਂਟ ਤੋਂ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ ਮੈਂ ਉਸ ਨਦਰ ਨੂੰ ਵੀ ਨਹੀਂ ਪਾ ਸਕਦੀ ਹਾਂ, ਉਸ ਕਿਰਪਾ ਨੂੰ ਵੀ ਨਹੀਂ ਮੈਂ ਪਾ ਸਕਦੀ। ਗੁਰਪ੍ਰਸਾਦ ਅਸੀਂ ਕਹਿੰਦੇ ਹਾਂ, ਉਹ ਉਸ ਦੀ ਕਿਰਪਾ ਨੂੰ। ਮੈਨੂੰ 30 ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਆਈ ਪਰਮਾਰਥ ਦੇ ਰਾਹ 'ਤੇ ਚੱਲਣ ਦਾ, ਉਸ ਨੇ ਜਗਾਇਆ। ਅਚਾਨਕ ਕਿਵੇਂ ਮੈਂ ਜਾਗ ਗਈ, ਉਸ ਤੋਂ ਪਹਿਲਾਂ ਕਿਉਂ ਨਹੀਂ ਜਾਗਿਆ, ਉਸ ਤੋਂ ਬਾਅਦ ਕਿਉਂ ਨਹੀਂ ਜਾਗਿਆ। ਇਸ ਤਰ੍ਹਾਂ ਆਪਣੇ ਬੱਚਿਆਂ ਦਾ ਇੰਨਾ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਇੱਕ ਦਿਨ ਸਾਰਿਆਂ ਨੇ ਆਪਣੇ ਆਪ ਆਪਣੇ ਕਰਮ ਅਨੁਸਾਰ ਜਾਗਣਗੇ। ਆਪਣਾ ਫਿਕਰ ਕਰੋ। ਜੇ ਤੁਸੀਂ ਇਹ ਸੁਣ ਰਹੇ ਹੋ ਅਤੇ ਤੁਸੀਂ ਇੱਥੇ ਪਹੁੰਚ ਚੁੱਕੇ ਹੋ, ਜਿਹੜਾ ਕਿ ਤੁਸੀਂ ਇਸ ਐਪੀਸੋਡਸ ਦੇ ਨਾਲ ਮਸਤ ਦੇ ਨਾਲ ਸੁਣ ਰਹੇ ਹੋ ਅਤੇ ਪਸੰਦ ਕਰ ਰਹੇ ਹੋ, ਅਤੇ ਤੁਹਾਨੂੰ ਸਮਝ ਆ ਰਹੀ ਅਕਾਲ ਪੁਰਖ ਦੀ ਗੱਲ, ਗੁਰੂ ਨਾਨਕ ਦੀ ਗੱਲ, ਫਿਰ ਤੁਸੀਂ ਜ਼ਰੂਰ ਵਕਤ ਆ ਗਿਆ ਜਾਗਣ ਦਾ। ਹਰ ਇੱਕ ਦਾ ਵਕਤ ਨਹੀਂ ਆਇਆ, ਪਰ ਸਾਡਾ ਦੱਸਣਾ ਫਰਜ਼ ਹੈਗਾ
कि ਜ਼ਰੂਰ ਸੁਣਿਓ, ਰਲ ਕੇ ਸੁਣੀਏ। ਬੜਾ ਸੋਹਣੀ ਗੱਲਾਂ ਹੋ ਰਹੇ ਨੇ। ਅਸੀਂ ਇਕੱਲੇ ਕਿਵੇਂ ਪੜ੍ਹਾਂਗੇ, ਕਿਵੇਂ ਸੁਣਾਂਗੇ। ਬਾਹਰ ਕਈ ਵਾਰੀ ਟਾਈਮ ਨਹੀਂ ਮਿਲਦਾ, ਗੁਰਦੁਆਰੇ ਜਾਣ 'ਤੇ ਟਰੈਫਿਕ ਵਿੱਚ ਫਸ ਜਾਂਦੇ, ਫਿਰ ਵਾਪਸ ਆਉਣਾ ਹੁੰਦਾ, ਥੱਕ ਜਾਂਦੇ ਹਾਂ, ਸਰੀਰ ਵੀ ਥੱਕ ਜਾਈਦਾ। ਇਸ ਤਰ੍ਹਾਂ ਆਉਣ ਜਾਣ ਵਿੱਚ ਲੱਗੀ ਰਹਿਣਾ। ਅਤੇ ਇਸ ਵਾਸਤੇ ਕਈ ਵਾਰੀ ਟੀ ਵੀ ਦਾ ਕਿਉਂ ਨਾ ਫਾਇਦਾ ਉਠਾਈਏ, ਮੋਬਾਇਲ ਫੋਨ ਦਾ ਕਿਉਂ ਨਾ ਫਾਇਦਾ ਉਠਾਈਏ, ਤਾਂ ਕਿ ਅਸੀਂ ਰਲ ਮਿਲ ਕੇ ਸਤਸੰਗ ਕਰੀਏ। ਅਤੇ ਜੇ ਤੁਸੀਂ ਇਸ ਇੱਥੇ ਤੱਕ ਪਹੁੰਚ ਚੁੱਕੇ ਹੋ ਅਤੇ ਜ਼ਰੂਰ ਆਪਣੇ ਦੋਸਤਾਂ ਨੂੰ ਵੀ, ਦੂਜਿਆਂ ਨੂੰ ਵੀ ਦੱਸੋ। ਰਲ ਮਿਲ ਕੇ ਜਪਜੀ ਸਾਹਿਬ ਦਾ ਆਪਾਂ ਖੋਜ ਕਰ ਰਹੇ ਹਾਂ। ਇੰਨੀ ਵਧੀਆ ਵਧੀਆ ਗੱਲਾਂ ਹੋ ਰਹੇ ਨੇ ਅਤੇ ਉਸ ਦੀ ਵਡਿਆਈ, ਉਸ ਦੀ ਸੀਮਾ ਦੀ ਗੱਲ ਹੋ ਰਹੀ ਹੈ। ਇਹ 6 ਪੌੜੀਆਜ਼ ਨੇ, ਜਿਹੜਾ ਕਿ 21ਵੀਂ ਤੋਂ ਲੈ ਕੇ 26ਵੀਂ ਪੌੜੀ, ਜਿਹੜੀ ਉਸ ਦੀ ਸੀਮਾ ਬੇਹੱਦ ਬੇਅੰਤ ਦੀ ਗੱਲ ਹੋ ਰਹੀ ਹੈ। ਅਤੇ ਆਓ ਫਿਰ ਇੱਕ ਮਿੰਟ ਇਸ ਐਪੀਸੋਡ ਖਤਮ ਹੋਣ ਤੋਂ ਪਹਿਲਾਂ ਉਸ ਦੀ ਕੁਦਰਤ ਵੱਲ ਧਿਆਨ ਕਰੀਏ। ਸਭ ਤੋਂ ਪਹਿਲਾਂ ਮੈਂ ਆਤਮਾ ਉਸ ਦੇ ਨਾਲ ਪਰਮਧਾਮ ਵਿੱਚ ਟਿਕ ਕੇ ਥੱਲੇ ਵੇਖਾਂਗੇ। ਇੰਨੀ ਵੱਡੀ ਕੁਦਰਤ, ਇੰਨੀ ਖੂਬਸੂਰਤ ਕੁਦਰਤ, ਇੰਨੇ ਪੇੜ ਪੌਦੇ, ਇੰਨੀ ਵੱਡੀ ਸਮੁੰਦਰ, ਕਿੰਨੇ ਨਦੀਆਂ, ਕਿੰਨੇ ਲੋਕ, ਕਿੰਨੀ ਦੁਨੀਆ, ਕਿੰਨੇ ਦੇਸ਼, ਕਿੰਨੇ ਸ਼ਹਿਰ, ਕਿੰਨੇ ਲੋਕ, ਕਿੰਨੇ ਵਸਤਰ, ਕਿੰਨੇ ਭਾਸ਼ਾ, ਕਿੰਨੇ ਕਲਚਰਸ। ਅਤੇ ਆਪਣੇ ਆਪ ਨੂੰ ਵੇਖਣਾ ਉਸ ਬੇਹੱਦ ਬੇਅੰਤ ਦੇ ਵਿੱਚ ਮੈਂ ਵੀ ਕਿਧਰੇ ਟਿਕੀ ਹੋਈ ਹਾਂ ਅਤੇ ਆਪਣਾ ਖੇਲ ਖੇਲ ਰਹੀ ਹਾਂ। ਜੇ ਵਰਡ ਆਪ ਜਾਣੇ ਆਪ ਅਤੇ ਉਹੀਓ ਆਪਣੇ ਆਪ ਨੂੰ ਜਾਣਦੇ, ਆਪਣੀ ਖੇਡ ਨੂੰ ਵੀ ਉਹੀਓ ਸਮਝ ਰਿਹਾ। ਆਪਾਂ ਸਿਰਫ ਖੇਡ ਖੇਡ ਰਹੇ ਹਾਂ ਅਤੇ ਅਸੀਂ ਜਾਗ ਰਹੇ ਹਾਂ ਉਸ ਦੀ ਕਿਰਪਾ ਦੇ ਨਾਲ, ਅਤੇ ਉਸ ਦੇ ਨਾਲ ਲਿਵ ਲਗਾਉਣਾ ਸਿੱਖ ਰਹੇ ਹਾਂ। ਆਪਣੇ ਭੈੜੇ ਕਰਮ ਕੱਟ ਰਹੇ ਹਾਂ। ਆਪਣੇ ਵਾਸਤੇ ਉਸ ਕੋਲੋਂ ਕਿਰਨੇ ਲੈਣੀ, ਤਾਂ ਕਿ ਉਸ ਦੀ ਰੱਬੀ ਗੁਣ ਮੇਰੇ ਵਿੱਚ ਜਲਦੀ ਜਲਦੀ ਆਉਣ। ਮੈਂ ਸ਼ਕਤੀਸ਼ਾਲੀ ਆਤਮਾ ਬਣਾ। ਸਿਰਫ ਉਸ ਦੀ ਕੁਦਰਤ ਦੀ ਸਿਫਤ ਕਰਨ ਵਾਸਤੇ ਨਹੀਂ, ਉਸ ਨੂੰ ਸਮਝਣ ਵਾਸਤੇ, ਉਸ ਦੀ ਸੀਮਾ ਨੂੰ ਸਮਝਣ ਵਾਸਤੇ ਕਿ ਬੇਹੱਦ ਬੇਅੰਤ ਹੈ, ਅਤੇ ਉਸ ਨੂੰ ਪਾਉਣ ਵਾਸਤੇ ਸੁਣਿਆ ਮੰਨਿਆ ਮਨ ਕੀਤਾ ਭਾਉ। ਪਿਆਰ ਦੇ ਵਿੱਚ ਉਸ ਦੀ ਗੱਲ ਨੂੰ ਸੁਣਨਾ, ਮੰਨਣਾ ਅਤੇ ਕੋਸ਼ਿਸ਼ ਕਰਨਾ ਕਿ ਉਸ ਦੀ ਪੰਚ ਦੇ ਵਿੱਚ ਆਈਏ। ਉਸ ਦੀ ਦਰਗਾਹ ਵਿੱਚ ਆਪਾਂ ਗੋਬਿੰਦ ਮਿਲਨ ਮਨਾਉਣੀ ਹੈ, ਜਿਵੇਂ ਹੁਣ ਮਨਾ ਰਹੇ ਹਾਂ। ਇਸ ਯੋਗ ਨੂੰ ਆਪਾਂ ਗੋਬਿੰਦ ਮਿਲਨ ਵੀ ਕਹਿ ਸਕਦੇ ਹਾਂ। ਉਸ ਦੀ ਦਰਗਾਹ ਪਰਮਧਾਮ ਵਿੱਚ ਜਦੋਂ ਅਸੀਂ ਉਸ ਨੂੰ ਮਿਲਦੇ ਹਾਂ, ਉਸ ਕੋਲੋਂ ਕਿਰਨੇ ਲੈ ਰਹੇ ਹਾਂ। ਸ਼ੁਕਰ 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 ਆਪ ਜੀ ਦਾ, ਅਕਾਲ ਪੁਰਖ ਦਾ। ਰਲ ਕੇ ਆਪਾਂ ਸਿਮਰਨ ਵੀ ਕੀਤਾ ਅਤੇ ਇਸ 24th ਪੌੜੀ ਨੂੰ ਸਮਝਿਆ। ਘੜੀ ਵਹਿੰਦਿਆਂ ਆਪ ਜੀ ਕੋਲੋਂ ਮੈਂ ਸ਼ੁਕਰ ਕਰਨੀ ਹਾਂ। ਫਿਰ ਆਪਾਂ ਮਿਲਾਂਗੇ ਅਗਲੇ ਐਪੀਸੋਡਸ ਵਿੱਚ। ਏਕ ਓਂਕਾਰ, ਏਕ ਪਰਮਾਤਮਾ। ਸਤਿ ਸ੍ਰੀ ਅਕਾਲ। ਓਮ ਸ਼ਾਂਤੀ।